ਸਮਰੱਥ ਡੋਲਨ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ ਡੋਲਨ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ ਹਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤਉ ਸਰਨਾਏ ਜਿਉ, ਮੈਂ ਆਸਾ ਰੱਖੀ ਚਿਤ ਮੈਂ, ਮੇਰਾ ਸਭੋ ਦੁੱਖ ਗਵਾਏ ਜਿਉ, ਮੈਂ ਆਸਾ ਰੱਖੀ ਚਿਤ ਮੈਂ, ਮੇਰਾ ਸਭੋ ਦੁੱਖ ਗਵਾਏ ਜਿਉ, ਇਤ ਮਾਰਗ ਚੱਲੈ ਭਾਈੜੈ, ਗੁਰ ਕਹੈ ਸੋ ਕਾਰ ਕਮਾਏ ਜਿਉ, ਤਿਆਗੈ ਮਨ ਕੀ ਮਤੜੀ, ਵਿਸਾਰੈ ਦੂਜਾ ਭਾਉ ਜਿਉ, ਤਿਆਗੈ ਮਨ ਕੀ ਮਤੜੀ, ਵਿਸਾਰੈ ਦੂਜਾ ਭਾਉ ਜਿਉ, ਇਉ ਪਾਵੈ ਹਰਿ ਦਰਸਾਵੜਾ, ਨੈ ਲੱਗੈ ਤਤੀ ਵਾਉ ਜਿਉ, ਹਉ ਆਪੋਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਉ ਜਿਉ, ਹਉ ਆਪੋਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਉ ਜਿਉ, ਜਿਉ ਬੁਲਾਵੋ ਤਿਉ ਬੋਲੈ ਸੁਆਮੀ, ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ, ਤੇਰੇ ਕਵਨ ਕਵਨ ਗੁਣ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰਨ ਨ ਸਕੂੰ, ਤੂੰ ਠਾਕੁਰ ਊਚ ਭਗਵਾਨਾ, ਤੁਮਰੀ ਮਹਿਮਾ ਬਰਨ ਨ ਸਕੂੰ, ਤੂੰ ਠਾਕੁਰ ਊਚ ਭਗਵਾਨਾ, ਸਤਨਾਮ ਵਾਹਿਗੁਰੂ ਸਾਹਿਬ ਜੀਓ, ਹਰ ਦੂਜੜੀ ਲਾਵ, ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ, ਨਿਰਭਉ ਪੈ ਮਨ ਹੋਏ,
ਹਉਮੈ ਮੈਲ ਗਵਾਇਆ ਬਲਰਾਮ ਜੀਓ। ਹਰ ਦੂਜੜੀ ਲਾਵ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ। ਨਿਰਭਉ ਭੈ ਮਨ ਹੋਏ ਹਉਮੈ ਮੈਲ ਗਵਾਇਆ ਬਲਰਾਮ ਜੀਓ। ਨਿਰਮਲ ਭਉ ਪਾਇਆ ਹਰ ਗੁਣ ਗਾਇਆ। ਹਰ ਵੇਖੈ ਰਾਮ ਹਦੂਰੇ। ਹਰ ਆਤਮ ਰਾਮ ਪਸਾਰਿਆ ਸੁਆਮੀ। ਸਰਬ ਰਹਿਆ ਭਰਪੂਰੇ। ਅੰਤਰ ਬਾਹਰ ਹਰ ਪ੍ਰਭ ਏਕੋ। ਮਿਲ ਹਰ ਜਨ ਮੰਗਲ ਗਾਏ। ਜਨ ਨਾਨਕ ਦੂਜੀ ਲਾਭ ਚਲਾਈ। ਅਨਹਦ ਸ਼ਬਦ ਵਜਾਏ। ਅੰਤਰ ਬਾਹਰ ਹਰ ਪ੍ਰਭ ਏਕੋ। ਮਿਲ ਹਰ ਜਨ ਮੰਗਲ ਗਾਏ। ਜਨ ਨਾਨਕ ਦੂਜੀ ਲਾਭ ਚਲਾਈ। ਅਨਹਦ ਸ਼ਬਦ ਵਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਗੁਰਗੱਦੀ ਤੇ ਸੁਭਾਇਮਾਨ ਗਰੀਬ ਨਵਾਜ ਦਸਾਂ ਪਾਤਸ਼ਾਹੀਆਂ ਦੀ ਜੋਤ ਭਗਤ ਵਚਲ ਪਤਿਤ ਪਾਵਨ ਕਰੁਣਾ ਨਿਧਾਨ ਉਪਮਾ ਮਹਾਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਮੁਬਾਰਕ ਅੰਮ੍ਰਿਤਮਈ ਹਜ਼ੂਰੀ ਵਿਖੇ ਜੁੜ ਬੈਠੀ ਸਨਮਾਨ ਸਤਿਕਾਰਯੋਗ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਰਹਿਮਤਾਂ ਬਖਸ਼ਿਸ਼ਾਂ ਹੋਈਆਂ ਹਨ। ਰੋਜ਼ਾਨਾ ਦੀ ਤਰ੍ਹਾਂ ਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਵਿਖੇ ਜੁੜ ਮਿਲ ਬੈਠੇ ਹਾਂ ਔਰ ਗੁਰੂ ਕੇ ਪਾਵਨ ਦਰਬਾਰ ਦਾ ਆਨੰਦ ਮਾਣਦੇ ਹੋਏ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਪਾਵਨ ਬਾਣੀ ਦੇ ਸ਼ਬਦ ਕੀਰਤਨ ਪਿਆਰ ਸਤਿਕਾਰ ਸਹਿਤ ਆਪ ਜੀ ਨੇ ਸ਼ਰਵਣ ਕੀਤੇ ਹਨ ਔਰ ਗੁਰੂ ਬਖਸ਼ੀਆਂ ਇਹ ਜੋ ਘੜੀਆਂ ਹਨ ਇਹਨਾਂ ਨੂੰ ਸਫਲ ਬਣਾਇਆ ਸਕਾਰਤ ਬਣਾਇਆ ਹੈ। ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ। ਸਤਿਗੁਰ ਸ਼ਬਦ ਉਜਾਰੋ ਦੀਪਾ ਬਿਨਸਿਓ ਅੰਧਕਾਰ ਤਿਹ ਮੰਦਰ रतन कोठड़ी खुली अनूपा। गुरु का जो पावन शब्द है वो साडे लई एक बढ़ते हुए दीवे की तरह है, चिराग की तरह, जिहदे राहीं साडे जीवन अंदर ज्ञान का प्रकाश ज्ञान का चानण वरतदा है और अज्ञानता दे भरम हनेरे तो सानू मुक्ति मिलती है। और उस ज्ञान रूपी दीवे दे नाल जो वखरे वखरे साधन हैं उन्हां साधना उन्हां तरीकियां दे नाल आपां जुड़दे हाँ और उन्हां ही तरीकियां चों एक तरीका है कीर्तन, एक तरीका है कथा। गल है बाणी दे नाल जुड़न दी और वो
ਇਹਨਾਂ ਸਾਧਨਾ ਇਹਨਾਂ ਤਰੀਕਿਆਂ ਦੇ ਨਾਲ ਜੋ ਗੁਰੂ ਘਰ ਦੀ ਮਰਿਆਦਾ ਹੈ, ਗੁਰੂ ਘਰ ਦੀ ਪਰੰਪਰਾ ਹੈ, ਉਹਦੇ ਅਨੁਸਾਰ ਆਪਾਂ ਜੁੜਦੇ ਹਾਂ। ਔਰ ਸਤਿਗੁਰੂ ਜੀ ਮਿਹਰ ਕਰਨ, ਸਾਡਾ ਜਿੱਥੇ ਤਨ ਕਰਕੇ ਗੁਰੂ ਕੇ ਚਰਨਾਂ 'ਚ ਜੁੜਨਾ ਹੋਇਆ ਹੈ, ਜੁੜਨ ਦਾ ਸੁਭਾਗ ਸਾਨੂੰ ਮਿਲਿਆ ਹੈ, ਉੱਥੇ ਮਨ ਕਰਕੇ ਵੀ ਗੁਰੂ ਨਾਲ ਜੁੜ ਜਾਈਏ, ਗੁਰੂ ਕੀ ਬਾਣੀ ਨਾਲ ਜੁੜ ਜਾਈਏ। ਜੁੜਨਾ ਸਕਾਰਤ ਹੋਵੇ, ਸਫਲਾ ਹੋਵੇ। ਕੀਰਤਨ ਉਪਰੰਤ ਆਓ ਗੁਰੂ ਕੀਆਂ ਵਿਚਾਰਾਂ, ਪਾਵਨ ਬਾਣੀ ਦੀਆਂ ਵਿਚਾਰਾਂ ਦੀ ਲੜੀ ਦੇ ਨਾਲ ਜੁੜੀਏ। ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ, ਕੋਈ ਰਸਨਾ ਵਾਂਝੀ ਨਾ ਰਵੇ। ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਨੰਦ ਕਾਰਜ ਸੰਬੰਧੀ ਵਿਚਾਰ ਦੀ ਇੱਕ ਲੜੀ ਆਰੰਭੀ ਗਈ ਹੈ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਬਚਨਾਂ ਨੂੰ ਆਧਾਰ ਬਣਾ ਕੇ ਜੋ ਬਚਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੂਹੀ ਰਾਗ ਵਿਖੇ ਬਖਸ਼ਿਸ਼ ਕੀਤੇ ਹਨ, ਜਿਨ੍ਹਾਂ ਬਚਨਾਂ ਨੂੰ ਸ਼ਰਵਣ ਕਰਨ ਉਪਰੰਤ ਸੁਭਾਗੀ ਜੋੜੀ ਦੇ ਗ੍ਰਸਥ ਜੀਵਨ ਦੀ ਆਰੰਭਤਾ ਹੁੰਦੀ ਹੈ, ਜਿਹਨੂੰ ਆਪਾਂ ਚਾਰ ਲਾਵਾਂ ਕਹਿੰਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਬਾਣੀ ਰਾਹੀਂ ਸਾਨੂੰ ਸੂਝ ਬੂਝਤਾ ਔਰ ਗਿਆਨ ਪ੍ਰਦਾਨ ਕਰਦੇ ਹੋਏ ਇਹ ਸਮਝਾਉਂਦੇ ਹਨ ਕਿ ਵੇਖੋ, ਸੰਸਾਰ ਅੰਦਰ ਜਦੋਂ ਸਾਡੀ ਧੀ ਪੁੱਤਰਾਂ ਦਾ ਰਿਸ਼ਤਾ ਜੁੜਦਾ ਹੈ ਤੇ ਵਿੱਚ ਕੋਈ ਨਾ ਕੋਈ ਵਿਚੋਲਾ ਹੁੰਦਾ ਹੈ, ਜਿਹਦੇ ਰਾਹੀਂ ਅਗਲੇਰੇ ਕਾਰਜ ਚੱਲਦੇ ਹਨ। ਤੇ ਇੱਕ ਵਿਚੋਲਾ ਹੈ ਸਾਡੀ ਆਤਮਾ ਤੇ ਸਾਡੀ ਪਰਮਾਤਮਾ ਦੇ ਵਿਚਕਾਰ, ਉਹ ਹੈ ਗੁਰੂ ਰੂਪੀ ਵਿਚੋਲਾ। ਬਾਣੀ 'ਚ ਗੁਰੂ ਨੂੰ ਵੀ ਵਿਚੋਲਾ ਕਿਹਾ ਗਿਆ ਹੈ। ਗੁਰੂ ਸਾਹਿਬ ਦੇ ਬਚਨ ਹਨ, ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਾ ਕਾ ਬਸ਼ੀਠ, ਹਰ ਨਾਮੋ ਮੰਤਰ ਦਿਰੜਾਇਂਦਾ ਕੱਟੇ ਹਉਮੈ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ। ਗੁਰੂ ਵਿਚੋਲਾ ਬਣ ਕੇ ਤੇ ਉਹਨਾਂ ਨੂੰ ਪਰਮਾਤਮਾ ਦੇ ਨਾਲ ਮਿਲਾ ਦਿੰਦਾ ਹੈ, ਜਿਨ੍ਹਾਂ ਦੇ ਧੁਰ ਦਰਗਾਹ ਤੋਂ ਮਿਲਾਪ ਦੇ ਸੰਜੋਗ ਲਿਖੇ ਹੋਏ ਨੇ। ਹੁਣ ਇਹਨੂੰ ਜਦੋਂ ਆਪਾਂ ਦੁਨਿਆਵੀ ਨਜ਼ਰੀਏ ਤੋਂ ਲੈਂਦੇ ਹਾਂ, ਠੀਕ ਹੈ, ਵਿੱਚ ਇੱਕ ਵਿਚੋਲਾ ਬਣਦਾ ਹੈ, ਜਿਹਦੇ ਰਾਹੀਂ ਦੋ ਪਰਿਵਾਰਾਂ, ਦੋ ਬੱਚਿਆਂ ਦੇ ਵਿੱਚ ਇੱਕ ਰਿਸ਼ਤਾ ਜੁੜਦਾ ਹੈ। ਪਰ ਹਜੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਅਸਲ ਦੇ ਵਿੱਚ ਇਹ ਧੁਰੇ ਪਿਆ ਸੰਜੋਗ ਹੈ। ਧੁਰ ਦਰਗਾਹ ਤੋਂ ਜਿਵੇਂ ਕਰਤੇ ਨੇ ਦਾਤੇ ਨੇ ਸੰਜੋਗ ਲਿਖੇ ਹਨ, ਅੱਗੇ ਕੋਈ ਨਾ ਕੋਈ ਖੇਡ ਵਰਤਦੀ ਹੈ, ਬਹਾਨਾ ਬਣਦਾ ਹੈ, ਉਹ ਫਿਰ ਸੰਜੋਗ ਅੱਗੇ ਸਿਰੇ ਚੜ੍ਹਦੇ ਹਨ। ਇਸੇ ਕਰਕੇ ਗੁਰਮਤ ਵਿਚਾਰਧਾਰਾ ਨੇ ਜਿੱਥੇ ਖੁੱਲ੍ਹੇ ਰੂਪ ਦੇ ਵਿੱਚ ਜਾਤ ਪਾਤ ਦਾ ਵਿਰੋਧ ਕੀਤਾ ਹੈ ਔਰ ਇਹ ਸਮਝਾਇਆ ਹੈ ਕਿ ਜਾਤ ਜਨਮ ਨੇ ਪੁੱਛੀਐ ਸੱਚ ਕਰ ਲਿਹੋ ਬਤਾਏ, ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ, ਕਿ ਮਨੁੱਖ ਦੀ ਜਾਤ ਮਨੁੱਖ ਦੇ ਕਰਮਾਂ ਮੁਤਾਬਕ ਬਣਦੀ ਹੈ। ਮਨੁੱਖ ਦੀ ਸਮਾਜ ਅੰਦਰ ਇੱਜ਼ਤ ਉਹਦੇ ਕਰਮਾਂ ਮੁਤਾਬਕ ਬਣਦੀ ਹੈ। ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ, ਜਿੱਦਾਂ ਦੇ ਉਹ ਕਰਮ ਕਮਾਉਂਦਾ ਹੈ ਉਸੇ ਤਰ੍ਹਾਂ ਦਾ ਉਹਦਾ ਨਾਮਣਾ ਸੰਸਾਰ ਅੰਦਰ ਜਗਤ ਅੰਦਰ ਬਣਦਾ ਹੈ। ਸੋ ਮਹਾਰਾਜ ਕਹਿੰਦੇ ਦੂਜੇ ਦੇ ਗੁਣ ਵੇਖਣੇ ਹਨ, ਜਾਤ ਨਹੀਂ ਵੇਖਣੀ ਹੈ। ਧੀ ਦੇ ਪੁੱਤਰ ਦੇ ਗੁਣ ਵੇਖਣੇ ਹਨ ਤੇ ਗੁਣਾਂ ਨੂੰ ਵੇਖ ਕੇ ਜੋ ਰਿਸ਼ਤਾ ਹੈ ਜੋੜਨਾ ਹੈ। ਪਰ ਇੱਕ ਗੱਲ ਗੁਰਮਤ ਸਾਡੀ ਮਰਿਆਦਾ 'ਚ ਜ਼ਰੂਰ ਲਿਖੀ ਹੈ ਕਿ ਸਿੱਖ ਨੇ ਆਪਣੇ ਬੱਚੇ ਦਾ ਰਿਸ਼ਤਾ
ਜਾਂ ਆਪਣੀ ਬੱਚੀ ਦਾ ਰਿਸ਼ਤਾ ਵੀ ਸਿੱਖ ਦੇ ਨਾਲ ਹੀ ਕਰਨਾ ਹੈ। ਸਿੱਖ ਦੇ ਧੀ ਪੁੱਤਰ ਦਾ ਰਿਸ਼ਤਾ ਸਿੱਖ ਦੇ ਨਾਲ ਹੀ ਹੋਵੇ, ਉਹਦੇ ਤੋਂ ਬਿਨਾਂ ਹੋਰ ਕੋਈ ਜਾਤ ਪਾਤ ਬਰਾਦਰੀ ਗੋਤ ਵੇਖਣ ਦੀ ਲੋੜ ਨਹੀਂ ਹੈ। ਗੁਣ ਵੇਖਣੇ ਹਨ। ਜੇ ਬੱਚਾ ਗੁਣਵਾਨ ਹੈ, ਸਿਆਣਾ ਹੈ, ਤੇ ਬਿਨਾਂ ਕੋਈ ਸੰਕੋਚ ਕੀਤਿਆਂ ਮਹਾਰਾਜ ਕਹਿੰਦੇ ਜੋ ਨਾਤਾ ਹੈ ਉਹ ਜੋੜ ਦਵੋ, ਕਿਉਂਕਿ ਰਿਜ਼ਕ ਦੇਣ ਵਾਲਾ ਤੇ ਉਹ ਕਰਤਾ ਪੁਰਖ ਹੈ। ਬਹੁਤ ਵਾਰੀ ਐਸਾ ਹੁੰਦਾ ਹੈ, ਦੇਖੋ ਲਾਲਚ ਦੋਵਾਂ ਪਾਸਿਆਂ ਨੂੰ ਹੁੰਦਾ ਹੈ। ਗੱਲ ਵੱਖਰੀ ਹੈ ਕਿ ਬਦਨਾਮੀ ਇੱਕ ਪਾਸੇ ਦੀ ਹੋ ਜਾਂਦੀ ਹੈ। ਅਸੀਂ ਜਦੋਂ ਆਪਣੀ ਧੀ ਦਾ ਰਿਸ਼ਤਾ ਕਰਨਾ ਹੁੰਦਾ ਹੈ ਤੇ ਅਸੀਂ ਉਦੋਂ ਵੇਂਦੇ ਹਾਂ ਕਿ ਸਾਨੂੰ ਕੋਈ ਇੱਦਾਂ ਦਾ ਤਕੜਾ ਅਮੀਰ ਘਰ ਪ੍ਰਾਪਤ ਹੋਵੇ, ਜਿਹੜੇ ਘਰ 'ਚ ਸਾਡੀ ਧੀ ਨੂੰ ਸਾਰੀਆਂ ਦੀਆਂ ਸਾਰੀਆਂ ਸੁੱਖ ਸਹੂਲਤਾਂ ਪ੍ਰਾਪਤ ਹੋਣ, ਧਨ ਦਾ ਪਦਾਰਥਾਂ ਦਾ ਕੋਈ ਘਾਟਾ ਨਾ ਹੋਵੇ। ਇਹ ਲੜਕੀ ਵਾਲੇ ਪਾਸੇ ਦਾ ਇੱਕ ਲਾਲਚ ਹੈ ਕਿ ਅਸੀਂ ਉਸ ਘਰ ਵਿਖੇ ਭਾਵੇਂ ਗਰੀਬ ਘਰ ਗੁਣਵਾਨ ਬੱਚਾ ਵੀ ਹੋਵੇ, ਅਸੀਂ ਉਹਨੂੰ ਇਗਨੋਰ ਕਰਕੇ ਕੋਈ ਅਮੀਰ ਤਕੜਾ ਬੱਚਾ ਲੱਭਦੇ ਹਾਂ। ਤੇ ਲੜਕੇ ਵਾਲੇ ਪਾਸੇ ਵੀ ਇੱਕ ਲਾਲਚ ਹੁੰਦਾ ਕਿ ਜਿੱਧਰ ਅਸੀਂ ਆਪਣੇ ਪੁੱਤਰ ਨੂੰ ਵਿਆਹੀਏ ਉਧਰੋਂ ਤੇ ਚੰਗੀ ਤਰ੍ਹਾਂ ਦਾਜ ਦੀਆਂ ਧਨ ਦੀਆਂ ਗੱਡੀਆਂ ਹੀ ਭਰ ਕੇ ਆਉਣ। ਵੇਖੋ ਇਹ ਜੇ ਦੋਵਾਂ ਪਾਸਿਆਂ ਦੀ ਬਿਰਤੀ ਇਸ ਮਾਇਆ ਦੇ ਧਨ ਦੇ ਲਾਲਚ ਤੇ ਟਿਕੀ ਹੋਈ ਹੈ, ਜਿਹੜਾ ਰਿਸ਼ਤਾ ਹੀ ਇੱਕ ਵਪਾਰ ਵਾਲੀ ਬਿਰਤੀ ਨੂੰ ਸਾਹਮਣੇ ਰੱਖ ਕੇ ਕੀਤਾ ਗਿਆ ਹੋਵੇ, ਉਹ ਫਿਰ ਚੰਗੇ ਵਿਹਾਰ ਵਾਲਾ ਰਿਸ਼ਤਾ ਕਿੱਥੋਂ ਬਣ ਸਕਦਾ ਹੈ? ਉਹ ਚੰਗੇ ਵਿਹਾਰ ਵਾਲਾ ਰਿਸ਼ਤਾ ਨਹੀਂ ਬਣ ਸਕਦਾ ਹੈ। ਇਸ ਕਰਕੇ ਧੀ ਪੁੱਤਰ ਦਾ ਰਿਸ਼ਤਾ ਜੋੜਦਿਆਂ ਲਾਲਚੀ ਬਿਰਤੀ ਦੋਵਾਂ ਪਾਸਿਆਂ ਨੇ ਮਨ 'ਚ ਨਹੀਂ ਰੱਖਣੀ ਹੈ। ਗੁਣ ਵੇਖਣੇ ਹਨ। ਜੇ ਬੱਚੀ ਗੁਣਵਾਨ ਹੈ, ਪੜ੍ਹੀ ਹੈ, ਸਿਆਣੀ ਹੈ ਤੇ ਭਾਵੇਂ ਗਰੀਬ ਪਰਿਵਾਰ ਹੈ, ਉਹਦੇ ਨਾਲ ਆਪਣੇ ਪੁੱਤਰ ਦਾ ਰਿਸ਼ਤਾ ਕਰ ਦੇਵੋ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਭਾਈ ਜੇਠਾ ਜੀ, ਉਹਨਾਂ ਦੇ ਨਾਲ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਆਪਣੀ ਪੁੱਤਰੀ ਦਾ ਰਿਸ਼ਤਾ ਕਰਦੇ। ਉਹਨਾਂ ਨੂੰ ਗੁਰੂ ਅਮਰਦਾਸ ਸਾਹਿਬ ਨੇ ਜਦੋਂ ਰਿਸ਼ਤਾ ਕੀਤਾ ਹੈ ਭਾਈ ਜੇਠੇ ਦੇ ਨਾਲ ਆਪਣੀ ਧੀ ਦਾ, ਉਸ ਦਿਨ ਭਾਈ ਜੇਠੇ ਦੀ ਕੀ ਔਕਾਤ ਸੀ? ਕੁਝ ਵੀ ਨਾ, ਗਰੀਬ ਅਨਾਥ ਬੱਚਾ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਨ ਵਾਲਾ। ਕੋਈ ਧਨ ਨਹੀਂ ਹੈ, ਕੋਈ ਰਹਿਣ ਦੇ ਲਈ ਘਰ ਨਹੀਂ ਹੈ, ਕੁਝ ਵੀ ਉਹਨਾਂ ਦੇ ਕੋਲ ਨਹੀਂ ਸੀ। ਪਰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਤੇ ਗੁਰੂ ਨਾਨਕ ਦੇ ਤਖਤ ਤੇ ਸੁਭਾਏ ਮਾਨ ਸਨ, ਤੇ ਜਿੱਥੇ ਮਰਜੀ ਅਮੀਰ ਤੋਂ ਅਮੀਰ, ਵੱਡੇ ਤੋਂ ਵੱਡੇ ਘਰਾਣੇ 'ਚ ਆਪਣੀ ਧੀ ਨੂੰ ਵਿਆਹ ਸਕਦੇ ਸਨ। ਕੋਈ ਘਾਟਾ ਥੋੜਾ ਸੀ ਉਹਨਾਂ ਨੂੰ। ਕਿਸੇ ਤਕੜੇ ਤੋਂ ਤਕੜੇ, ਅਮੀਰ ਤੋਂ ਅਮੀਰ ਸਿੱਖ ਦੇ ਬੱਚੇ ਦੇ ਨਾਲ ਉਹ ਆਪਣੀ ਧੀ ਦਾ ਰਿਸ਼ਤਾ ਕਰ ਸਕਦੇ ਸਨ। ਤੇ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਤਨੀ ਬੀਬੀ ਸੁਲੱਖਣੀ ਨੇ ਕਿਹਾ ਵੀ ਸੀ ਜੀ, ਧੀ ਦਾ ਰਿਸ਼ਤਾ ਕਰਦਿਆਂ ਬਹੁਤ ਕੁਝ ਵੇਖਣਾ ਪੈਂਦਾ ਹੈ। ਜੇਠੇ ਦੇ ਨਾਲ ਧੀ ਦਾ ਰਿਸ਼ਤਾ ਕਿੱਦਾਂ ਕਰ ਦਈਏ? ਤੇ ਹੈ ਹੀ ਬੜਾ ਗਰੀਬ ਹੈ, ਇਹਦੇ ਕੋਲ ਤੇ ਆਪਣੇ ਰਹਿਣ ਦੇ ਲਈ ਘਰ ਨਹੀਂ ਹੈ, ਇਹ ਸਾਡੀ ਧੀ ਨੂੰ ਕਿੱਥੇ ਰੱਖੇਗਾ? ਇਹਦੇ ਕੋਲ ਤੇ ਆਪਣੇ ਖਾਣ ਦੀ ਰੋਜੀ ਰੋਟੀ ਦਾ ਪ੍ਰਬੰਧ ਕੋਈ ਨਹੀਂ ਹੈ, ਸਾਡੀ ਧੀ ਨੂੰ ਕਿੱਥੋਂ ਖਵਾਏਗਾ? ਤੇ ਧੰਨ ਗੁਰੂ ਅਮਰਦਾਸ ਸਾਹਿਬ ਕਹਿਣ ਲੱਗੇ, ਦੇਣ ਵਾਲਾ ਉਹ ਦਾਤਾ ਹੈ ਤੇ ਉਸ ਦਾਤੇ ਦੀਆਂ ਰਹਿਮਤਾਂ ਬਖਸ਼ਿਸ਼ਾਂ ਬੜੀਆਂ ਬੇਅੰਤ ਨੇ। ਕੋਈ ਪਤਾ ਨਹੀਂ ਹੈ, ਜਿਹੜੇ ਜੇਠੇ ਦੇ ਕੋਲ ਅੱਜ ਘਰ ਨਹੀਂ ਹੈ, ਕੱਲ ਨੂੰ ਇਹੀ ਜੇਠਾ ਐਸੇ ਘਰ ਦਾ ਮਾਲਕ ਬਣ ਜਾਏ ਜਿਹਦੇ ਘਰ ਵਰਗਾ ਘਰ ਹੀ ਕੋਈ ਨਾ ਹੋਏ। ਔਰ ਉਹ ਸੱਚ ਹੈ। ਅੱਜ ਆਪਾਂ ਵੇਖਦੇ ਹਾਂ ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ। ਗੁਰੂ ਰਾਮਦਾਸ ਸਾਹਿਬ ਦੇ ਘਰ ਵਰਗਾ ਕਿਸੇ ਦੂਜੇ ਦਾ ਘਰ ਹੋ ਸਕਦਾ ਹੈ? ਮਹਾਰਾਜ ਕਹਿਣ ਲੱਗੇ, ਉਸ ਦਾਤੇ ਦੀਆਂ ਰਹਿਮਤਾਂ ਦਾ ਕੋਈ ਪਤਾ ਨਹੀਂ ਹੈ। ਅੱਜ ਜਿਹੜੇ ਜੇਠੇ ਦੇ ਕੋਲ ਖਾਣ ਦੇ ਲਈ ਖਵਾਉਣ ਦੇ ਲਈ ਕੁਝ ਨਹੀਂ ਹੈ, ਹੋ ਸਕਦਾ ਕੱਲ ਨੂੰ ਇਸੇ ਜੇਠੇ ਦੇ ਘਰ ਇੰਨਾ ਕੁਝ ਵਰਤੇ ਕਿ ਇਹਦੇ ਘਰੋਂ ਕੋਈ ਭੁੱਖਾ ਜਾਏ ਹੀ ਨਾ। ਤੇ ਅੱਜ ਗੁਰੂ ਰਾਮਦਾਸ ਸਾਹਿਬ ਦੇ ਘਰ ਦੇ ਲੰਗਰਾਂ ਦੀ ਬਰਾਬਰੀ ਕੋਈ ਕਰ ਲਵੇਗਾ? ਫਿਰ ਉਹਨਾਂ ਇਹ ਵੀ ਕਿਹਾ ਜੀ, ਜੇਠੇ ਦੀ ਤੇ ਬਰਾਦਰੀ ਦਾ ਕੋਈ ਪਤਾ ਨਹੀਂ ਹੈ। ਮਹਾਰਾਜ ਕਹਿਣ ਲੱਗੇ, ਕੋਈ ਪਤਾ ਨਹੀਂ ਹੈ, ਕੱਲ ਨੂੰ ਜੇਠੇ ਦੀ ਬਰਾਦਰੀ ਵਰਗੀ ਕੋਈ ਬਰਾਦਰੀ ਨਾ ਹੋਵੇ। ਔਰ ਉਹ ਫਿਰ ਸੱਚ ਸਾਬਤ ਹੋਇਆ। 5 ਪਿਆਲੇ 5 ਪੀਰ, ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ, ਸਵਾਰੀ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ। ਉਹ ਸੋਢੀਆਂ ਦੀ ਪੀੜੀ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਤਾਂ
ਧੰਨ ਗੁਰੂ ਅਮਰਦਾਸ ਸਾਹਿਬ ਕਹਿਣ ਲੱਗੇ, ਅਸੀਂ ਜੇਠੇ 'ਚ ਜਿਹੜੇ ਗੁਣ ਵੇਖੇ ਹਨ ਉਹ ਕਿਸੇ ਅਮੀਰ ਦੇ ਬੱਚੇ ਦੇ ਵਿੱਚ ਵੀ ਨਹੀਂ ਹੋ ਸਕਦੇ। ਜਿਹੜੀ ਜੇਠੇ ਦੇ ਅੰਦਰ ਹਲੀਮੀ ਹੈ, ਸੇਵਾ ਭਾਵਨਾ ਹੈ, ਨਿਮਰਤਾ ਹੈ, ਇਮਾਨਦਾਰੀ ਹੈ, ਉਹ ਹੋ ਸਕਦਾ ਕਿਸੇ ਅਮੀਰ ਤੋਂ ਅਮੀਰ ਤੇ ਧਨੀ ਧਨਵਾਨ ਦੇ ਬੱਚੇ 'ਚ ਵੀ ਨਾ ਹੋਵੇ। ਇਸ ਕਰਕੇ ਅਸੀਂ ਤੇ ਆਪਣੀ ਧੀ ਨੂੰ ਉੱਥੇ ਵਿਆਹੁਣਾ ਜਿੱਥੇ ਸਾਡੀ ਧੀ ਸੁਖੀ ਰਵੇ, ਤੇ ਜੇਠੇ ਦੇ ਨਾਲ ਸਾਡੀ ਧੀ ਬਿਲਕੁਲ ਸੁਖੀ ਰਵੇਗੀ। ਉਹਨਾਂ ਨੇ ਅਮੀਰੀ ਨਾ ਵੇਖੀ, ਉਹਨਾਂ ਨੇ ਗੁਣ ਵੇਖੇ ਤੇ ਆਪਣੀ ਧੀ ਵਿਆਹ ਦਿੱਤੀ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸਿੰਘਾਸਨ ਲਾ ਕੇ ਬੈਠੇ ਹਨ ਤੇ ਉਹਨਾਂ ਦੀ ਹਜ਼ੂਰੀ 'ਚ ਇੱਕ ਸਿੱਖ ਆਇਆ, ਬੜਾ ਗਰੀਬ ਸਿੱਖ, ਭਾਈ ਸਾਧੂ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਸਾਧੂ ਨੂੰ ਬੜੀ ਨਿਮਰਤਾ ਦੇ ਨਾਲ ਸਤਿਗੁਰੂ ਕਹਿਣ ਲੱਗੇ, ਅਸੀਂ ਤੁਹਾਡੇ ਨਾਲ ਰਿਸ਼ਤਾ ਜੋੜਨਾ ਚਾਹੁੰਦੇ ਹਾਂ। ਹੁਣ ਇੱਕ ਰਿਸ਼ਤਾ ਤੇ ਗੁਰੂ ਤੇ ਸਿੱਖ ਦਾ ਪਹਿਲਾਂ ਹੀ ਹੁੰਦਾ ਹੈ। ਮਹਾਰਾਜ ਕਹਿਣ ਲੱਗੇ, ਅਸੀਂ ਆਪਣੀ ਧੀ ਵੀਰੋ ਦਾ ਰਿਸ਼ਤਾ ਤੁਹਾਡੇ ਪੁੱਤਰ ਦੇ ਨਾਲ ਜੋੜਨਾ ਚਾਹੁੰਦੇ ਹਾਂ। ਹੁਣ ਉਹ ਪਰਿਵਾਰ ਬਿਲਕੁਲ ਗਰੀਬ ਪਰਿਵਾਰ ਹੈ, ਔਰ ਇੱਧਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸਤਿਗੁਰੂ ਦੀ ਵਡਿਆਈ ਅਪਰ ਅਪਾਰ। ਢਾਡੀ ਜਨ ਕਹਿੰਦੇ ਹਨ, ਪੱਗ ਤੇਰੀ ਕੀ ਜਹਾਂਗੀਰ ਦੀ। ਗੁਰੂ ਹਰਗੋਬਿੰਦ ਸਾਹਿਬ, ਤੁਹਾਡੀ ਪੱਗ ਦੇ ਸਾਹਮਣੇ ਜਹਾਂਗੀਰ ਦੀ ਪੱਗ ਵੀ ਕੀ ਹੈ, ਭਾਵ ਤੁਹਾਡੇ ਪ੍ਰਤਾਪ ਦੇ ਸਾਹਮਣੇ ਹਿੰਦੁਸਤਾਨ ਦੇ ਬਾਦਸ਼ਾਹ ਦਾ ਪ੍ਰਤਾਪ ਪ੍ਰਭਾਵ ਵੀ ਕੀ ਹੈ। ਉਹ ਗੁਰੂ ਹਰਗੋਬਿੰਦ ਸਾਹਿਬ ਸੱਚਾ ਪਾਤਸ਼ਾਹ ਇੱਕ ਗਰੀਬ ਦੇ ਪੁੱਤਰ ਦੇ ਨਾਲ ਆਪਣੀ ਧੀ ਦਾ ਰਿਸ਼ਤਾ ਜੋੜ ਦਿੰਦੇ ਹਨ। ਹਾਲਾਂਕਿ ਉਹਨਾਂ ਨੇ ਕਿਹਾ, ਮਹਾਰਾਜ ਅਸੀਂ ਤੇ ਗਰੀਬ ਹਾਂ, ਸਾਡੇ ਕੋਲ ਤੇ ਕੁਝ ਵੀ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਅਸੀਂ ਤੁਹਾਡੇ ਪੁੱਤਰ ਦੇ ਗੁਣ ਵੇਖੇ ਹਨ, ਅਸੀਂ ਕੋਈ ਅਮੀਰੀਆਂ ਗਰੀਬੀਆਂ ਨਹੀਂ ਵੇਂਦੇ ਹਾਂ। ਸੋ ਇਹ ਸਾਨੂੰ ਸਾਡੇ ਇਤਿਹਾਸ 'ਚੋਂ ਗੁਰੂ ਸਾਹਿਬਾਨਾਂ ਦੇ ਜੀਵਨ 'ਚੋਂ ਇਸ ਪੱਖ ਤੋਂ ਵੀ ਬੜੀ ਸੇਧ ਮਿਲਦੀ ਹੈ ਕਿ ਲਾਲਚ ਵਸ ਆਪਣੇ ਧੀ ਪੁੱਤਰ ਦਾ ਆਪਾਂ ਰਿਸ਼ਤਾ ਨਹੀਂ ਕਰਨਾ। ਲੋਕ ਅਕਸਰ ਲਾਲਚ ਵਸ ਧੀਆਂ ਦੇ ਰਿਸ਼ਤੇ ਤਗੜੇ ਘਰਾਂ 'ਚ ਕਰ ਤੇ ਦਿੰਦੇ ਹਨ। ਅੱਗੇ ਲੜਕਾ ਸ਼ਰਾਬੀ ਕਬਾਬੀ ਹੁੰਦਾ ਹੈ, ਮਾੜੇ ਆਚਰਨ ਵਾਲਾ ਹੁੰਦਾ ਹੈ, ਫਿਰ ਸਾਰੀ ਜ਼ਿੰਦਗੀ ਉਹ ਬੱਚੀ ਵੀ ਰੋਂਦੀ ਰਹਿੰਦੀ ਹੈ ਤੇ ਪਿੱਛੇ ਮਾਂ ਪਿਓ ਵੀ ਰੋਂਦੇ ਕਲਪਦੇ ਰਹਿੰਦੇ, ਤੇ ਕਈ ਵਾਰ ਧੀਆਂ ਦੇ ਦੁੱਖ ਦੇ ਵਿੱਚ ਹੀ ਉਹ ਮੁੱਕ ਜਾਂਦੇ ਹਨ। ਕਾਰਨ ਕੀ ਹੈ? ਅਸੀਂ ਧਨ ਵੇਖਿਆ ਜਿਹਦੇ ਨਾਲ ਧੀ ਤੋਰਨੀ ਸੀ, ਉਸ ਬੱਚੇ ਦੀ ਕੁਆਲਿਟੀ ਨੂੰ, ਉਹਦੇ ਗੁਣਾਂ ਨੂੰ ਨਹੀਂ ਵੇਖਿਆ। ਸੋ ਗੁਣ ਵੇਖਣੇ ਹਨ। ਵਿਚਾਰ ਆਪਾਂ ਕੱਲ ਜੋੜੀ ਸੀ ਕਿ ਸੁਭਾਗੀ ਜੋੜੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ 'ਚ ਜਦੋਂ ਪਹੁੰਚਦੀ ਹੈ, ਅਰਦਾਸ ਹੁੰਦੀ ਹੈ ਪ੍ਰਥਮ, ਫਿਰ ਮੁੱਖ ਵਾਕ, ਫਿਰ ਲੜਕੀ ਦੇ ਪਿਤਾ ਵੱਲੋਂ ਜਾਂ ਲੜਕੀ ਪਰਿਵਾਰ ਦਾ ਜਿਹੜਾ ਹੋਰ ਰਹਿਬਰ ਹੋਵੇ, ਆਗੂ ਹੋਵੇ, ਉਹਦੇ ਵੱਲੋਂ ਲੜਕੇ ਦਾ ਪੱਲਾ ਲੜਕੀ ਨੂੰ ਪਕੜਾਇਆ ਜਾਂਦਾ। ਉਦੋਂ ਬਾਅਦ ਕੁਝ ਉਪਦੇਸ਼, ਕੁਝ ਸੰਦੇਸ਼ ਲੜਕੀ ਤੇ ਲੜਕੇ ਨੂੰ ਦਿੱਤੇ ਜਾਂਦੇ ਹਨ, ਜੋ ਉਹਨਾਂ ਨੇ ਆਪਣੇ ਗ੍ਰਸਥ ਜੀਵਨ ਦੇ ਅੰਦਰ ਧਾਰਨ ਕਰਨੇ ਹਨ, ਤਾਂ ਕਿ ਗ੍ਰਸਥ ਜੀਵਨ ਸੁਖੀਆ ਸੁਹੇਲਾ ਬਣੇ। ਇਹ ਆਨੰਦ ਕਾਰਜ ਵਾਕਿਆ ਹੀ ਜੀਵਨ ਦੇ ਅੰਦਰ ਆਨੰਦ ਭਰਪੂਰ ਕਾਰਜ ਬਣ ਜਾਏ। ਉਹਦੇ ਲਈ ਲੜਕੀ ਪ੍ਰਤੀ ਉਪਦੇਸ਼ ਇਹ ਹਨ ਕਿ ਉਹਨੇ ਵੱਡਿਆਂ ਦਾ ਅਦਬ ਕਰਨਾ ਹੈ, ਸਤਿਕਾਰ ਕਰਨਾ ਹੈ। ਲੜਕੇ ਦੇ ਮਾਤਾ ਪਿਤਾ ਨੂੰ ਆਪਣੇ ਮਾਤਾ ਪਿਤਾ ਦੇ ਬਰਾਬਰ ਜਾਣ ਕੇ ਅਦਬ ਦੇਣਾ ਹੈ। ਚੰਗੇ ਗੁਣਾਂ ਦਾ ਸ਼ਿੰਗਾਰ ਕਰਨਾ, ਕਿਉਂਕਿ ਹਰ ਸੁਹਾਗਣ ਆਪਣੇ ਤਨ ਤੇ ਬਾਹਰੀ ਸ਼ਿੰਗਾਰ ਕਰਦੀ ਹੈ, ਜੋ ਸ਼ਿੰਗਾਰ ਸੁਹਾਗਣ ਦੀਆਂ ਬਾਹਰੀ ਨਿਸ਼ਾਨੀਆਂ ਵੀ ਹਨ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਇਹਦੇ ਬਿਨਾਂ ਤੂੰ ਅੰਦਰੂਨੀ ਤੌਰ ਤੇ ਆਪਣੇ ਜੀਵਨ ਦੇ ਅੰਦਰ ਵੀ ਗੁਣਾਂ ਤੇ ਚੰਗਿਆਈਆਂ ਦਾ ਸ਼ਿੰਗਾਰ ਕਰ। ਭੈਕੀਆਂ ਦੇ ਸਲਾਈਆਂ ਨੈਣੀ ਭਾਵਕਾ ਕਰ ਸ਼ਿੰਗਾਰੋ, ਤਾਂ ਸੁਹਾਗਣ ਜਾਣੀਆਂ ਲਾਗੀ ਜਾਂ ਸ਼ੋ ਧਰੇ ਪਿਆਰੋ। ਮਹਾਰਾਜ ਕਹਿੰਦੇ ਤੇਰੇ ਅੰਦਰ ਭੈ ਭਾਵ ਨਹੀਂ, ਵੱਡਿਆਂ ਦਾ ਡਰ ਹੋਵੇ, ਛੋਟਿਆਂ ਦੇ ਨਾਲ ਪਿਆਰ ਕਰਨ ਵਾਲੀ ਤੇਰੀ ਭਾਵਨਾ ਹੋਵੇ। ਧੰਨ ਬਾਬਾ ਫਰੀਦ ਸਾਹਿਬ ਨੂੰ ਇੱਕ ਧੀ ਬੱਚੀ ਨੇ ਪੁੱਛਿਆ, ਜੀ ਦੱਸੋ ਕੰਤ ਵਸ 'ਚ ਕਿਵੇਂ ਆ ਸਕਦਾ ਹੈ, ਪਤੀ ਕਿੱਦਾਂ ਵਸ 'ਚ ਆ ਸਕਦਾ? ਔਰ ਇਹ ਵੇਖੋ ਖਾਸ ਤੌਰ ਤੇ ਪੁਰਾਣੇ ਸਮਿਆਂ ਤੋਂ ਹੀ ਸਾਡੀ ਹਿੰਦੁਸਤਾਨੀ ਇੱਕ ਇਸਤਰੀਆਂ ਦੀ ਸੋਚ ਰਹੀ ਹੈ ਤੇ ਅੱਜ ਵੀ ਹੈ ਕਿ ਮੇਰਾ ਪਤੀ ਮੇਰੇ ਵਸ ਦੇ ਵਿੱਚ ਹੋਵੇ।
ਇਹਦੇ ਲਈ ਕਈ ਤਰ੍ਹਾਂ ਦੇ ਇਸਤਰੀਆਂ ਆਪਾਂ ਪਹਿਲਿਆਂ ਸਮਿਆਂ 'ਚ ਵੇਖੀਏ ਤੇ ਕਈ ਤਰ੍ਹਾਂ ਦੇ ਟੂਣੇ ਆਦਿਕ ਵੀ ਕੀਤੇ ਜਾਂਦੇ ਸਨ। ਹੋਰ ਤਰ੍ਹਾਂ ਦੇ ਭਰਮ ਥਾਵਾਂ ਪ੍ਰਥਾਵਾਂ 'ਤੇ ਜਾ ਕੇ ਡੰਬੀਆਂ ਪਖੰਡੀਆਂ ਦੇ ਕੋਲ ਜਾ ਕੇ ਪਖੰਡ ਸਿੱਖਣੇ ਕਿ ਇਹਦੇ ਨਾਲ ਮੇਰਾ ਪਤੀ ਮੇਰੇ ਕਾਬੂ 'ਚ ਮੇਰੇ ਵੱਸ ਦੇ ਵਿੱਚ ਆ ਜਾਵੇ, ਜਿਵੇਂ ਮੈਂ ਕਹਾਂ ਉਸੇ ਤਰ੍ਹਾਂ ਕਰੇ। ਧੰਨ ਬਾਬਾ ਫਰੀਦ ਸਾਹਿਬ ਕਹਿੰਦੇ, ਧੀਏ ਬੱਚੀਏ ਮੈਂ ਪਖੰਡ ਕੋਈ ਨਹੀਂ ਤੈਨੂੰ ਸਿਖਾਉਣਾ ਹੈ, ਬਸ ਮੈਂ ਸਿੱਖਿਆ ਦੇਣੀ ਹੈ। ਜੇ ਤੂੰ ਉਹ ਸਿੱਖਿਆ ਨੂੰ ਧਾਰਨ ਕਰ ਲਵੇਂਗੀ, ਨਾ ਕੇਵਲ ਪਤੀ ਬਲਕਿ ਸਾਰਾ ਪਰਿਵਾਰ ਸਾਰੀ ਦੁਨੀਆ ਹੀ ਤੇਰੇ ਵੱਸ ਦੇ ਵਿੱਚ ਹੋਵੇਗੀ। ਜੇ 3 ਚੀਜ਼ਾਂ ਤੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਲਵੇਂ। ਉਹਨਾਂ ਦੇ 2 ਸ਼ਲੋਕ ਹਨ, ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆਂ ਮੰਤ ਕਵਣ ਸੋ ਵੇਸੋ ਹਉ ਕਰੀ ਜਿਤ ਵਸ ਆਵੀ ਕੰਤ। ਧੰਨ ਬਾਬਾ ਫਰੀਦ ਸਾਹਿਬ ਨੂੰ ਧੀ ਬੱਚੀ ਪੁੱਛਦੀ, ਕਿਹੜਾ ਵੇਸ ਧਾਰਨ ਕਰਾਂ, ਕਿੱਦਾਂ ਦੇ ਬੋਲ ਬਣਾਵਾਂ, ਕਿਹੜੇ ਗੁਣ ਧਾਰਨ ਕਰਾਂ ਜਿਹਦੇ ਨਾਲ ਮੇਰਾ ਪਤੀ ਮੇਰੇ ਕਾਬੂ 'ਚ ਮੇਰੇ ਵੱਸ 'ਚ ਆਵੇ। ਤੇ ਬਾਬਾ ਫਰੀਦ ਸਾਹਿਬ ਕਹਿੰਦੇ 3 ਚੀਜ਼ਾਂ ਆਪਣੇ ਜੀਵਨ 'ਚ ਧਾਰਨ ਕਰ, ਨਿਵਣ ਸੋ ਅੱਖਰ ਖਵਣ ਗੁਣ ਜਿਹਬਾ ਮਣੀਆਂ ਮੰਤ। ਮਹਾਰਾਜ ਕਹਿਣ ਲੱਗੇ ਪਹਿਲੇ ਨੰਬਰ ਤੇ ਤੇਰੇ ਜੀਵਨ 'ਚ ਨਿਮਰਤਾ ਹੋਵੇ, ਨਿਮਰਤਾ ਹਲੀਮੀ। ਤੇ ਵੈਸੇ ਵੀ ਗੁਰੂ ਕੀ ਬਾਣੀ ਨੇ ਵਾਰ-ਵਾਰ ਪ੍ਰੋੜਤਾ ਕਰਕੇ ਸਾਨੂੰ ਸਮਝਾਇਆ ਕਿ ਜਿਹਦੇ ਜੀਵਨ 'ਚ ਨਿਮਰਤਾ ਹੈ ਉਹ ਸੁਖੀ ਹੈ, ਜਿਹਦੇ ਜੀਵਨ 'ਚ ਹੰਕਾਰ ਹੈ ਉਹ ਦੁਖੀ ਹੈ। ਹੰਕਾਰ ਤੋੜਨ ਦਾ ਕੰਮ ਕਰਦਾ ਹੈ, ਕੈਂਚੀ ਦੀ ਤਰ੍ਹਾਂ ਕੱਟਣ ਦਾ ਕੰਮ ਕਰਦਾ ਹੈ। ਨਿਮਰਤਾ ਸੂਈ ਦੀ ਤਰ੍ਹਾਂ ਜੋੜਨ ਦਾ ਕੰਮ ਕਰਦੀ ਹੈ। ਸੁਖੀ ਬਸੇ ਮਸਕੀਨੀਆਂ ਆਪ ਨਿਵਾਰ ਤਲੇ, ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ। ਫਰੀਦ ਸਾਹਿਬ ਕਹਿੰਦੇ ਪਹਿਲੇ ਨੰਬਰ ਤੇ ਨਿਮਰਤਾ ਧਾਰਨ ਕਰ। ਜੇ ਤੇਰੇ 'ਚ ਨਿਮਰਤਾ ਹੋਵੇਗੀ, ਪਿਆਰ ਭਾਵ ਹੋਵੇਗਾ, ਤੂੰ ਆਪਣੀ ਨਿਮਰਤਾ ਦੇ ਸਹਾਰੇ ਪਤੀ ਤਾਂ ਕੀ ਕਿਸੇ ਨੂੰ ਵੀ ਕਾਬੂ 'ਚ ਕਰ ਸਕਦੀ ਹੈ। ਨਿਮਰਤਾ ਸੇਵਾ ਭਾਵ ਦੇ ਵਿੱਚ ਇਹ ਸ਼ਕਤੀ ਹੁੰਦੀ ਹੈ। ਕਹਿੰਦੇ ਕਿਸੇ ਮਹਾਤਮਾ ਦੇ ਕੋਲ ਕੋਈ ਇਸਤਰੀ ਗਈ, ਕਹਿਣ ਲੱਗੀ ਜੀ ਮੇਰਾ ਪਤੀ ਮੇਰੇ ਵੱਸ ਦੇ ਵਿੱਚ ਨਹੀਂ ਹੈ, ਕੋਈ ਤਰੀਕਾ ਦੱਸੋ ਜਿਹਦੇ ਨਾਲ ਮੈਂ ਆਪਣੇ ਪਤੀ ਨੂੰ ਵੱਸ 'ਚ ਕਰ ਲਵਾਂ। ਮਹਾਤਮਾ ਕਹਿਣ ਲੱਗਾ ਤਰੀਕਾ ਤੇ ਮੈਂ ਦੱਸ ਦੇਵਾਂਗਾ, ਪਰ ਇੱਕ ਦਵਾ ਤਿਆਰ ਕਰਨੀ ਪੈਣੀ ਹੈ, ਉਹਦੇ ਲਈ ਕੁਝ ਚੀਜ਼ਾਂ ਦਾ ਤੈਨੂੰ ਪ੍ਰਬੰਧ ਕਰਨਾ ਪਵੇਗਾ। ਕਹਿਣ ਲੱਗੀ ਜੀ ਤੁਸੀਂ ਜੋ ਕਹੋਗੇ ਮੈਂ ਕਰਾਂਗੀ, ਤੁਸੀਂ ਬਸ ਉਹ ਪ੍ਰਬੰਧ ਕਰ ਦੇਵੋ। ਮਹਾਤਮਾ ਕਹਿਣ ਲੱਗਾ ਸ਼ੇਰ ਦੀ ਮੁੱਛ ਦਾ ਵਾਲ ਤੈਨੂੰ ਲਿਆ ਕੇ ਦੇਣਾ ਪਵੇਗਾ। ਆਪ ਆਪਣੇ ਹੱਥੀਂ ਸ਼ੇਰ ਦੀ ਮੁੱਛ ਦਾ ਵਾਲ ਪੁੱਟ ਕੇ ਲਿਆ ਕੇ ਦੇਣਾ ਪਵੇਗਾ, ਉਹਦੇ ਨਾਲ ਫਿਰ ਮੈਂ ਅੱਗੇ ਦਵਾਈ ਤਿਆਰ ਕਰਾਂਗਾ, ਫਿਰ ਤੇਰਾ ਪਤੀ ਵੱਸ 'ਚ ਆ ਜਾਏਗਾ। ਇਹਨੇ ਫਿਰ ਕਹਿੰਦੇ ਉਹ ਜਿੱਥੇ ਸ਼ੇਰ ਸੀ ਕੋਈ ਚਿੜੀਆ ਘਰ ਆਦਿਕ ਦੇ ਵਿੱਚ, ਉੱਥੇ ਸਹਿਜੇ ਸਹਿਜੇ ਸ਼ੇਰ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਉਹਨੂੰ ਰੋਜ਼ ਕੁਝ ਨਾ ਕੁਝ ਖਾਣ ਦੇ ਲਈ ਪਾਉਣਾ। ਸਹਿਜੇ ਸਹਿਜੇ ਉਹ ਸ਼ੇਰ ਜਦੋਂ ਉਹਦੀ ਸੇਵਾ ਹੁੰਦੀ ਗਈ ਤੇ ਉਹ ਸ਼ੇਰ ਭੇਤੀ ਹੋ ਗਿਆ। ਇਹਦੇ ਨੇੜੇ ਉਹਨੇ ਆਉਣਾ ਸ਼ੁਰੂ ਕਰ ਦਿੱਤਾ, ਇਹਨੇ ਉਹਦੇ ਨੇੜੇ ਜਾਣਾ ਸ਼ੁਰੂ ਕਰ ਦਿੱਤਾ। ਜਿਹੜਾ ਇੱਕ ਡਰ ਸੀ, ਖੌਫ ਸੀ ਜਾਂ ਸ਼ੇਰ ਦੀ ਕਰੂਰਤਾ ਸੀ, ਉਹ ਵੀ ਇਹਦੇ ਪ੍ਰਤੀ ਘਟਦੀ ਗਈ। ਇਹ ਲਗਾਤਾਰ ਇੱਦਾਂ ਕਿੰਨਾ ਚਿਰ ਉਹਦੀ ਸੇਵਾ ਕਰਦੀ ਰਹੀ। ਫਿਰ ਇੱਕ ਦਿਨ ਇਹਨੇ ਮੌਕਾ ਵੇਖਿਆ ਤੇ ਸ਼ੇਰ ਦੀ ਮੁੱਛ ਦਾ ਵਾਲ ਪੁੱਟ ਲਿਆ। ਸ਼ੇਰ ਨੇ ਵੀ ਕੁਝ ਨਾ ਕਿਹਾ ਕਿਉਂਕਿ ਰੋਜ਼ ਉਹਦੀ ਸੇਵਾ ਕਰਦੀ ਸੀ। ਹੁਣ ਇਹ ਸ਼ੇਰ ਦੀ ਮੁੱਛ ਦਾ ਵਾਲ ਲੈ ਕੇ ਗਈ ਹੈ ਮਹਾਤਮਾ ਦੇ ਕੋਲ। ਕਹਿਣ ਲੱਗੀ ਮਹਾਤਮਾ ਜੀ ਆ ਲਵੋ ਸ਼ੇਰ ਦੀ ਮੁੱਛ ਦਾ ਵਾਲ, ਤੇ ਹੁਣ ਇਹਦੇ ਨਾਲ ਜਿਹੜੀ ਦਵਾਈ ਤੁਸੀਂ ਤਿਆਰ ਕਰਨੀ ਹੈ ਤਿਆਰ ਕਰੋ ਤੇ ਮੈਨੂੰ ਦਵੋ, ਮੈਂ ਆਪਣੇ ਪਤੀ ਨੂੰ ਜਾ ਕੇ ਦਵਾਂ ਤੇ ਉਹ ਮੇਰੇ ਵੱਸ ਦੇ ਵਿੱਚ ਆ ਜਾਏ। ਤੇ ਮਹਾਤਮਾ ਕਹਿਣ ਲੱਗਾ ਤੂੰ ਸ਼ੇਰ ਦੀ ਮੁੱਛ ਦਾ ਵਾਲ ਕਿੱਦਾਂ ਪੁੱਟ ਲਿਆਂਦਾ? ਸ਼ੇਰ ਦੇ ਕੋਲ ਜਾਣਾ ਹੀ ਬੜਾ ਔਖਾ ਹੈ। ਸ਼ੇਰ ਦੀ ਕਰੂਰਤਾ ਦੇ ਸਾਹਮਣੇ ਤੇ ਸਾਰੇ ਭੈ ਭੀਤ ਹੁੰਦੇ ਨੇ, ਤੈਨੂੰ ਡਰ ਨਾ ਲੱਗਿਆ ਸ਼ੇਰ ਕੋਲ ਜਾਂਦਿਆਂ? ਇਹ ਕਹਿਣ ਲੱਗੀ ਜੀ ਇੱਦਾਂ ਮੈਂ ਸ਼ੇਰ ਦੇ ਕੋਲ ਨਹੀਂ ਗਈ, ਪਹਿਲਾਂ ਸਹਿਜੇ ਸਹਿਜੇ ਉਹਦੀ ਸੇਵਾ ਕਰਦੀ ਰਹੀ, ਲਗਾਤਾਰ ਸ਼ੇਰ ਦੀ ਸੇਵਾ ਕੀਤੀ ਤੇ ਫਿਰ ਐਸਾ ਚਲਦਿਆਂ ਚਲਦਿਆਂ ਸਮਾਂ ਆਣ ਬਣਿਆ ਜਦੋਂ ਸ਼ੇਰ ਨੇ ਮੇਰੇ ਤੇ ਹਮਲਾ ਕਰਨ ਵਾਲਾ ਸੁਭਾਅ ਹੀ ਛੱਡ ਦਿੱਤਾ।
ਭੇਤੀ ਹੋ ਗਿਆ, ਗਿੱਝ ਗਿਆ। ਤੇ ਫਿਰ ਮੈਂ ਮੌਕਾ ਵੇਖ ਕੇ ਤੇ ਸ਼ੇਰ ਦੀ ਮੁੱਛ ਦਾ ਵਾਲ ਪੁੱਟ ਲਿਆਂਦਾ। ਮਹਾਤਮਾ ਕਹਿਣ ਲੱਗਾ, ਕਮਲੀਏ ਫਿਰ ਇੱਥੋਂ ਸਮਝ, ਜਿਹੜੀ ਸੇਵਾ ਨਿਮਰਤਾ ਪਿਆਰ ਦੇ ਨਾਲ ਤੂੰ ਸ਼ੇਰ ਨੂੰ ਕਾਬੂ 'ਚ ਕਰ ਲਿਆ, ਜੇ ਤੂੰ ਇਹੀ ਨਿਮਰਤਾ, ਇਹੀ ਪਿਆਰ, ਇਹੀ ਸੇਵਾ ਭਾਵ ਆਪਣੇ ਘਰ 'ਚ ਵਿਖਾਏ ਤੇ ਘਰ ਵਾਲੇ ਨੂੰ, ਪਤੀ ਨੂੰ ਵਸ ਕਰਨਾ, ਕਾਬੂ ਕਰਨਾ ਕਿੰਨਾ ਔਖੀ ਗੱਲ ਹੈ। ਇਸੇ ਨਿਮਰਤਾ ਦੇ ਸਹਾਰੇ ਉਹਨੂੰ ਵਸ ਕੀਤਾ ਜਾ ਸਕਦਾ, ਹੋਰ ਕੋਈ ਦਵਾਈ ਨਹੀਂ ਹੈ, ਕੋਈ ਦੂਜਾ ਹੋਰ ਮੰਤਰ ਨਹੀਂ ਹੈ। ਸੋ ਇਹ ਨਿਮਰਤਾ ਸੇਵਾ ਭਾਵ ਦੀ ਵਡਿਆਈ ਹੈ। ਇਹਦੇ ਨਾਲ ਬੰਦਾ ਵੱਡੇ ਤੋਂ ਵੱਡੇ ਤਾਕਤ ਵਾਲੇ ਨੂੰ ਵੀ ਵਸ ਦੇ ਵਿੱਚ ਕਰ ਸਕਦਾ, ਜੇ ਨਿਮਰਤਾ ਹੈ, ਜੇ ਸੇਵਾ ਭਾਵ ਵਾਲੀ ਬਿਰਤੀ ਹੈ, ਹਲੀਮੀ ਵਾਲੀ ਬਿਰਤੀ ਹੈ। ਧੰਨ ਬਾਬਾ ਫਰੀਦ ਸਾਹਿਬ ਕਹਿੰਦੇ, ਪਹਿਲੇ ਨੰਬਰ ਤੇ ਬੱਚੀਏ ਨਿਮਰਤਾ ਧਾਰਨ ਕਰ। ਨਿਵਣ ਸੋ ਅੱਖਰ, ਤੇਰੇ ਅੱਖਰਾਂ ਤੇਰੇ ਬੋਲਾਂ ਦੇ ਵਿੱਚ ਨਿਮਰਤਾ ਹੋਵੇ। ਦੂਜੇ ਨੰਬਰ ਤੇ ਖਵਣ ਗੁਣ, ਖਿਮਾ ਵਾਲਾ ਗੁਣ ਧਾਰਨ ਕਰ। ਤੇਰੇ ਅੰਦਰ ਖਿਮਾ ਵਾਲਾ ਸੁਭਾਅ ਹੋਣਾ ਚਾਹੀਦਾ ਹੈ, ਕਿਉਂਕਿ ਜਦੋਂ ਘਰ ਪਰਿਵਾਰ 'ਚ ਆਪਾਂ ਰਹਿੰਦੇ ਹਾਂ ਬਹੁਤ ਵਾਰ ਵਾਦ ਘਾਟ ਹੁੰਦਾ ਹੈ, ਤੇ ਜੇ ਉਹ ਛੋਟੀਆਂ ਛੋਟੀਆਂ ਗੱਲਾਂ ਨੂੰ ਵੀ ਬੰਦਾ ਅੰਦਰ ਧਾਰਨ ਕਰਕੇ ਮਨ 'ਚ ਬਿਠਾ ਕੇ ਬਹਿ ਜਾਵੇ ਤੇ ਫਿਰ ਕਲੇਸ਼ ਵੱਧਦੇ ਹਨ। ਜੇ ਇੱਧਰੋਂ ਆਈ ਤੇ ਉੱਧਰ ਗਈ, ਰੋਜ਼ ਆਈ ਚਲਾਈ ਕਰਦੇ ਰਹੀਏ, ਫਿਰ ਕਲੇਸ਼ ਕੋਈ ਨਹੀਂ ਪੈਂਦੇ ਹਨ। ਪਰ ਜੇ ਛੋਟੇ ਛੋਟੇ ਬੋਲਾਂ ਨੂੰ ਵੀ ਮਨ 'ਚ ਰੱਖ ਕੇ ਦੂਜਿਆਂ ਨੂੰ ਤਾਨੇ ਮਿਹਣੇ ਮਾਰਨ ਵਾਲੇ ਪਾਸੇ ਲੱਗ ਜਾਈਏ, ਫਿਰ ਗੱਲਾਂ ਵਿਗੜਦੀਆਂ ਹੀ ਵਿਗੜਦੀਆਂ ਨੇ। ਇਸ ਕਰਕੇ ਫਰੀਦ ਸਾਹਿਬ ਕਹਿੰਦੇ ਖਿਮਾ ਦਾ ਗੁਣ ਹੋਵੇ। ਤੇ ਤੀਜੇ ਨੰਬਰ ਤੇ ਜਿਹਬਾ ਮਣੀਆਂ ਮੰਤ, ਤੇਰੀ ਜ਼ੁਬਾਨ 'ਚੋਂ ਜਿਹੜੇ ਬੋਲ ਨਿਕਲਣ ਉਹ ਜੋੜਨ ਵਾਲੇ ਬੋਲ ਹੋਣੇ ਚਾਹੀਦੇ, ਤੋੜਨ ਵਾਲੇ ਬੋਲ ਨਹੀਂ ਹੋਣੇ ਚਾਹੀਦੇ। ਮਿੱਠ ਬੋਲੜਾ ਸੁਭਾਅ ਤੇਰਾ ਹੋਣਾ ਚਾਹੀਦਾ, ਮਿੱਠੇ ਬੋਲ ਤੇਰੇ ਹੋਣੇ ਚਾਹੀਦੇ ਹਨ। ਇਹ 3 ਗੁਣ ਕਹਿੰਦੇ ਤੂੰ ਧਾਰਨ ਕਰ ਲੈ, ਪਤੀ ਤੇਰਾ ਵਸ ਦੇ ਵਿੱਚ ਹੈ। ਉਹਨਾਂ ਦੇ ਬਚਨ ਹਨ, ਨਿਵਣ ਸੋ ਅੱਖਰ, ਖਵਣ ਗੁਣ, ਜਿਹਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ, ਤਾਂ ਵਸ ਆਵੀ ਕੰਤ। ਸੋ ਧੀ ਬੱਚੀ ਨੂੰ ਇਹ ਸਿੱਖਿਆ ਦਿੱਤੀ ਜਾਂਦੀ ਹੈ ਕਿ ਇਹਨਾਂ ਗੁਣਾਂ ਦੀ ਤੂੰ ਧਾਰਨੀ ਬਣ ਕੇ ਰਹਿਣਾ, ਵੱਡਿਆਂ ਦਾ ਆਦਰ ਕਰਨਾ ਹੈ, ਘਰ ਦੇ ਜਿਹੜੇ ਕਾਰ ਵਿਹਾਰ ਕੰਮ ਕਾਰ ਹਨ ਉਹ ਜ਼ਿੰਮੇਵਾਰੀ ਤੇ ਇਮਾਨਦਾਰੀ ਦੇ ਨਾਲ ਨਿਭਾਉਣੇ ਹਨ। ਆਚਰਣ ਦੇ ਉੱਚੇ ਬਣ ਕੇ, ਕਰੈਕਟਰ ਦੇ ਉੱਚੇ ਬਣ ਕੇ ਰਹਿਣਾ ਹੈ। ਇਸੇ ਤਰ੍ਹਾਂ ਲੜਕੇ ਪ੍ਰਤੀ ਵੀ ਇਹੀ ਉਪਦੇਸ਼ ਹੈ ਕਿ ਆਚਰਣ ਕਿਰਦਾਰ ਤਾਂ ਉੱਚਾ ਬਣ ਕੇ ਰਹਿਣਾ। ਜੇ ਇਸਤਰੀ ਨੇ ਪਤੀ ਬ੍ਰਤਾ ਧਰਮ 'ਚ ਪਰਪੱਕ ਰਹਿਣਾ ਹੈ ਤੇ ਪਤੀ ਦਾ ਵੀ ਇਹੀ ਫਰਜ਼ ਬਣਦਾ ਹੈ ਕਿ ਉਹ ਵੀ ਆਪਣੀ ਧਰਮ ਇਮਾਨ ਦੇ ਵਿੱਚ ਪੱਕਾ ਰਵੇ, ਆਚਰਣ 'ਚ ਉੱਚਾ ਰਵੇ। ਵੈਸੇ ਵੀ ਗੁਰੂ ਕੀ ਬਾਣੀ ਨੇ ਵੇਖੋ ਆਚਰਣ ਨੂੰ ਬਹੁਤ ਅਹਿਮੀਅਤ ਦਿੱਤੀ ਹੈ। ਹਜੂਰ ਕਹਿੰਦੇ, ਸੱਚੋਂ ਉਰੈ ਸਭ ਕੋ ਊਪਰ ਸੱਚ ਆਚਾਰ। ਵਾਸ਼ਨਾ 'ਚ ਬੱਝਾ ਬੰਦਾ ਕੁਝ ਪਲਾਂ ਦੇ ਰਸ ਕਰਕੇ ਫਿਸਲ ਜਾਂਦਾ ਹੈ, ਪਰ ਜ਼ਿੰਦਗੀ ਭਰ ਦਾ ਪਛਤਾਵਾ ਤੇ ਕਲੰਕ ਪੱਲੇ ਪੈਂਦਾ ਹੈ। ਨਿਮਖ ਕਾਮ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵੈ, ਘੜੀ ਮੋਹਤ ਰੰਗ ਮਾਣਈ, ਫਿਰ ਬਹੁਰ ਬਹੁਰ ਪਛਤਾਵੈ। ਮਾਰੂ ਕੀ ਵਾਰ ਅੰਦਰ ਇੱਕ ਗੁਰੂ ਮਹਾਰਾਜ ਜੀ ਦਾ ਬਹੁਤ ਪਿਆਰਾ ਉਪਦੇਸ਼ ਹੈ ਲੜਕੇ ਪ੍ਰਤੀ। ਕਹਿੰਦੇ, ਕਿਆ ਗਲਾਇਓ ਪੂਛ ਪਰ ਵੇਲ ਨਾ ਜੋ ਹੈ ਕੰਤ, ਤੂੰ ਨਾਨਕ ਫੁੱਲਾਂ ਸੰਧੀ ਵਾੜ, ਖਿੜਿਆ ਹੱਬ ਸੰਸਾਰ ਜਿਉ। ਕਹਿੰਦੇ ਸੰਸਾਰ ਮਾਨੋ ਫੁੱਲਾਂ ਦੀ ਇੱਕ ਫੁਲਵਾੜੀ ਦੀ ਤਰ੍ਹਾਂ ਹੈ। ਤੈਨੂੰ ਇੰਨੀ ਆਗਿਆ ਹੈ, ਤੂੰ ਇੱਕ ਫੁੱਲ ਚੁਣ ਸਕਦਾ ਹੈ ਆਪਣੇ ਲਈ, ਜੋ ਨਿਯਮ ਹੈ ਉਹਦੇ ਮੁਤਾਬਕ। ਪਰ ਜੇ ਇੱਕ ਫੁੱਲ ਨੂੰ ਚਿਣਨ ਦੇ ਬਾਅਦ ਵੀ ਤੂੰ ਦੂਜੇ ਫੁੱਲਾਂ ਤੇ ਮਾੜੀ ਨਜ਼ਰ ਰੱਖੇ ਤੇ ਫਿਰ ਤੂੰ ਕਪਟੀ ਹੈ, ਫਿਰ ਤੇਰਾ ਗੁਨਾਹ ਬਖਸ਼ਣ ਦੇ ਯੋਗ ਨਹੀਂ ਹੈ। ਔਰ ਇੱਕ ਥਾਂ ਮਹਾਰਾਜ ਕਹਿੰਦੇ, ਕਈ ਵਾਰ ਇੱਦਾਂ ਦੀ ਕਪਟੀ ਬਿਰਤੀ ਲੋਕ ਰੱਖਦੇ ਨੇ, ਮਾਇਆ ਮੋਹ ਮਨ ਆਗਲੜਾ ਪ੍ਰਾਣੀ, ਜਰਾ ਮਰਨ ਭਉ ਵਿਸਰ ਗਿਆ, ਕੁਟੰਬ ਦੇਖ ਬਿਗਸੈ ਕਮਲਾ, ਜਿਉ ਪਰ ਘਰ ਜੋ ਹੈ ਕਪਟ ਨਰਾ। ਤੇ ਜਿਸ ਘਰ ਪਰਿਵਾਰ ਅੰਦਰ ਆਚਰਣਹੀਣਤਾ ਆ ਜਾਵੇ ਤੇ ਉਹ ਘਰ ਪਰਿਵਾਰ ਵੀ ਟੁੱਟ ਜਾਂਦੇ। ਇਸ ਕਰਕੇ ਇਹ ਲੜਕੇ ਦੇ ਲਈ ਜ਼ਰੂਰੀ ਹੈ ਕਿ ਉਹ ਆਪਣੇ ਆਚਾਰ ਤੇ ਕਿਰਦਾਰ ਦਾ ਪੱਕਾ ਰਵੇ। ਜਿਵੇਂ ਲੜਕੀ ਦਾ ਫਰਜ਼ ਹੈ ਕਿ ਉਹ ਨਿਮਰਤਾ, ਹਲੀਮੀ, ਖਿਮਾ ਦੇ ਗੁਣ ਧਾਰਨ ਕਰੇ, ਇਸੇ ਤਰ੍ਹਾਂ ਲੜਕੇ ਦੇ ਅੰਦਰ ਵੀ ਇਹ ਸਾਰੇ ਦੇ ਸਾਰੇ ਗੁਣ ਹੋਣੇ ਚਾਹੀਦੇ ਹਨ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੂਜੀ ਲਾਮ ਦੇ ਰਾਹੀਂ, ਸ਼ਬਦ ਦੇ ਦੂਜੇ ਬੰਦ ਦੇ ਰਾਹੀਂ ਜੋ ਗੁਰਮਤ ਉਪਦੇਸ਼ ਸਾਨੂੰ ਬਖਸ਼ ਰਹੇ ਨੇ। ਮਹਾਰਾਜ ਕਹਿੰਦੇ, ਹਰ ਦੂਜੜੀ ਲਾਮ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀ। ਉਹ ਮਾਲਕ ਜੀ, ਵਾਹਿਗੁਰੂ ਜੀ, ਤੁਹਾਡੇ ਤੋਂ ਅਸੀਂ ਬਲਿਹਾਰ ਕੁਰਬਾਨ ਜਾਂਦੇ ਹਾਂ। ਤੁਸੀਂ ਰਹਿਮਤ ਕੀਤੀ, ਸਤਿਗੁਰ ਪੁਰਖ ਮਿਲਾਇਆ,
ਸਾਡਾ ਮਿਲਾਪ ਗੁਰੂ ਨਾਲ ਕਰਵਾਇਆ। ਜੇ ਅਸੀਂ ਗੁਰੂ ਦੀ ਗੋਦ ਦੇ ਵਿੱਚ ਬੈਠੇ ਹਾਂ ਤੇ ਹੇ ਵਾਹਿਗੁਰੂ ਜੀ ਤੁਹਾਡੀ ਰਹਿਮਤ ਤੁਹਾਡੀ ਕਿਰਪਾ ਹੈ। ਨਿਰਭਉ ਭੈ ਮਨ ਹੋਏ ਹਉਮੈ ਮੈਲ ਗਵਾਇਆ। ਬਲਰਾਮ ਜੀਓ ਜਿਹੜਾ ਗੁਰੂ ਨਾਲ ਜੁੜ ਗਿਆ, ਅੰਤਰ ਆਤਮੇ ਤੋਂ ਜਿਹੜਾ ਗੁਰੂ ਨਾਲ ਜੁੜ ਗਿਆ, ਇੱਕ ਤੇ ਉਹਦੇ ਅੰਦਰ ਨਿਰਭੈਤਾ ਆਉਂਦੀ ਹੈ, ਭੈ ਉਹਦੇ ਜੀਵਨ ਚੋਂ ਖਤਮ ਹੁੰਦਾ। ਵੈਸੇ ਡਰਦਾ ਕੌਣ ਹੈ? ਸੋ ਡਰੇ ਜੇ ਪਾਪ ਕਮਾਵੰਦਾ ਧਰਮੀ ਵਿਗਸੇਤ। ਘਰ ਪਰਿਵਾਰ 'ਚ ਕੋਈ ਗੁਨਾਹ ਪਤੀ ਨੇ ਕੀਤਾ ਹੈ, ਉਹ ਡਰੇਗਾ ਕਿਉਂਕਿ ਪਤਾ ਮੈਂ ਗੁਨਾਹ ਕਰ ਦਿੱਤਾ ਹੈ, ਕਿਧਰੇ ਗੁਨਾਹ ਦਾ ਪਤਾ ਨਾ ਲੱਗ ਜਾਏ। ਜੇ ਭੁੱਲ ਲੜਕੀ ਨੇ ਇਸਤਰੀ ਪਤਨੀ ਨੇ ਕੀਤੀ ਹੈ, ਉਹ ਫਿਰ ਡਰੇਗੀ ਕਿ ਕਿਧਰੇ ਮੇਰੇ ਗੁਨਾਹ ਦਾ ਪਤਾ ਨਾ ਲੱਗ ਜਾਏ। ਹੁਣ ਕਿਉਂ ਡਰ ਮਨ 'ਚ ਬਣਿਆ? ਕਿਉਂਕਿ ਗਲਤ ਕਰਮ ਕੀਤਾ, ਕੋਈ ਗੁਨਾਹ ਕੀਤਾ, ਕੋਈ ਭੁੱਲ ਕੀਤੀ। ਤੇ ਹਜੂਰ ਕਹਿੰਦੇ ਜੇ ਭੁੱਲ ਕਰੀਏ ਹੀ ਨਾ, ਜੇ ਗੁਨਾਹ ਕਰੀਏ ਹੀ ਨਾ, ਤੇ ਫਿਰ ਡਰਨਾ ਵੀ ਨਾ ਪਵੇ। ਸੋ ਡਰੇ ਜੇ ਪਾਪ ਕਮਾਵੰਦਾ ਧਰਮੀ ਵਿਗਸੇਤ। ਧਰਮੀ ਬੰਦਾ ਡਰਦਾ ਨਹੀਂ ਹੈ, ਗੁਨਾਹਗਾਰ ਪਾਪੀ ਬੰਦਾ ਜ਼ਰੂਰ ਡਰਦਾ ਹੈ। ਨਿਰਭਉ ਭੈ ਮਨ ਹੋਏ। ਜਦੋਂ ਗੁਰੂ ਨਾਲ ਬੰਦਾ ਜੁੜ ਜਾਏਗਾ, ਗੁਰੂ ਉਪਦੇਸ਼ ਨਾਲ ਜੁੜੇਗਾ, ਫਿਰ ਮਨ ਅੰਦਰ ਨਿਰਭੈਤਾ ਬਣੇਗੀ। ਹਉਮੈ ਮੈਲ ਗਵਾਇਆ। ਹੰਕਾਰ ਦੀ ਹਉਮੈ ਦੀ ਜਿਹੜੀ ਮੈਲ ਅੰਦਰ ਬੈਠੀ ਉਹ ਵੀ ਖਤਮ ਹੋਏਗੀ, ਕਿਉਂਕਿ ਹਉਮੈ ਵੀ ਤੋੜਨ ਦਾ ਕੰਮ ਕਰਦੀ ਹੈ ਤੇ ਗੁਰੂ ਨਾਲ ਜੁੜ ਕੇ ਹਉਮੈ ਤੋਂ ਮੁਕਤੀ ਮਿਲਦੀ ਹੈ। ਹਉਮੈ ਦੀਰਘ ਰੋਗ ਹੈ ਦਾਰੂ ਪੀ ਇਸ ਮਾਹੇ। ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਨਿਰਮਲ ਭਉ ਪਾਇਆ ਹਰ ਗੁਣ ਗਾਇਆ। ਹਰ ਵੇਖੈ ਰਾਮ ਹਦੂਰੇ। ਜਿਹੜੇ ਜੀਵ ਨੇ ਗੁਰੂ ਪਾਸੋਂ ਨਿਰਮਲ ਭੈ ਦੀ ਦਾਤ ਪ੍ਰਾਪਤ ਕਰ ਲਈ, ਤੇ ਜਿਹੜਾ ਜੀਵ ਫਿਰ ਪਰਮਾਤਮਾ ਦੇ ਗੁਣ ਗਾਉਂਦਾ ਹੈ, ਉਹਨੂੰ ਸਮਝ ਪੈ ਜਾਂਦੀ ਹੈ ਕਿ ਮਾਲਕ ਪਰਮਾਤਮਾ ਤੇ ਹਮੇਸ਼ਾ ਮੇਰੇ ਨਾਲ ਹੈ। ਹਰ ਵੇਖੈ ਸਦਾ ਹਦੂਰੇ। ਹਰ ਆਤਮ ਰਾਮ ਪਸਾਰਿਆ ਸੁਆਮੀ। ਸਰਬ ਰਹਿਆ ਭਰਪੂਰੇ। ਉਹ ਪਰਮਾਤਮਾ ਸਭ ਪਾਸੇ ਪਸਰਿਆ ਹੋਇਆ ਹੈ। ਇਹ ਵੇਖੋ ਲਾਵਾਂ ਦਾ ਇਹ ਜਿਹੜਾ ਸ਼ਬਦ ਹੈ, ਇਹਦੇ 'ਚ ਅਸਲ ਦੇ ਵਿੱਚ ਤੇ ਸਤਿਗੁਰੂ ਨੇ ਅਧਿਆਤਮਕ ਉਪਦੇਸ਼ ਦਿੱਤਾ ਹੈ ਸਾਡੀ ਆਤਮਾ ਤੇ ਪਰਮਾਤਮਾ ਦੇ ਰਿਸ਼ਤੇ ਪ੍ਰਤੀ। ਇਹ ਗੁਰੂ ਦਾ ਉਪਦੇਸ਼ ਹੈ, ਗੁਰੂ ਕਾ ਸ਼ਬਦ ਹੈ, ਜਿਹਨੂੰ ਆਪਾਂ ਦੁਨਿਆਵੀ ਤੌਰ ਤੇ ਆਪਣੇ ਗ੍ਰਸਥ ਜੀਵਨ ਦੇ ਲਈ ਵੀ ਵਰਤਦੇ ਹਾਂ। ਇਹ ਸੰਦੇਸ਼ ਮਹਾਰਾਜ ਕਹਿੰਦੇ ਹਰ ਆਤਮ ਰਾਮ ਪਸਾਰਿਆ ਸੁਆਮੀ। ਸਰਬ ਰਹਿਆ ਭਰਪੂਰੇ। ਗੁਰੂ ਕੇ ਮਿਲਾਪ ਤੋਂ ਬਾਅਦ ਇਹ ਸਮਝ ਪੈਂਦੀ ਹੈ ਕਿ ਉਹ ਪਰਮਾਤਮਾ ਹਰ ਜਰਰੇ ਅੰਦਰ, ਹਰ ਘਟ ਅੰਦਰ ਵਿਆਪਕ ਹੈ, ਵਸ ਰਿਹਾ ਹੈ। ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ। ਅੰਦਰ ਵੀ ਉਹ ਪਰਮਾਤਮਾ ਹੈ, ਬਾਹਰ ਵੀ ਉਹ ਪਰਮਾਤਮਾ ਵਸ ਰਿਹਾ ਹੈ। ਹਰ ਜਗ੍ਹਾ ਤੇ ਪਰਮਾਤਮਾ ਵਸਦਾ ਹੈ। ਮਿਲ ਹਰ ਜਨ ਮੰਗਲ ਗਾਏ। ਤੇ ਹਰੀ ਦੇ ਸੇਵਕਾਂ ਦੀ ਸੰਗਤ 'ਚ ਭਾਵ ਸਤ ਸੰਗਤ 'ਚ ਜੁੜ ਕੇ ਉਸ ਪਰਮਾਤਮਾ ਦੇ ਗੁਣ ਗਾਉਣੇ ਨੇ, ਜਿਹੜਾ ਵਾਹਿਗੁਰੂ ਹਰ ਥਾਂ ਤੇ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ। ਹਰ ਜਗ੍ਹਾ ਤੇ। ਕਈ ਵਾਰ ਆਪਾਂ ਸੋਚਦੇ ਹਾਂ ਰੱਬ ਕਿਸੇ ਹੋਰ ਥਾਵੇਂ ਬੈਠਾ ਹੈ। ਮਹਾਰਾਜ ਕਹਿੰਦੇ ਉਹ ਬਾਹਰ ਨਹੀਂ, ਤੇਰੇ ਅੰਦਰ ਬੈਠਾ, ਤੂੰ ਆਪਣੇ ਅੰਦਰ ਨੂੰ ਵੇਖ। ਜੋ ਬਾਹਰ ਜਰਰੇ ਜਰਰੇ ਅੰਦਰ ਵਿਆਪਕ ਹੈ, ਜੋ ਬ੍ਰਹਮੰਡੇ ਸੋਈ ਪਿੰਡ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਕਾਹੇ ਰੇ ਬਨ ਖੋਜਨ ਜਾਈ। ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਬਾਹਰ ਕਿਹਨੂੰ ਲੱਭਣ ਚੱਲਿਆ? ਉਹ ਤੇ ਅੰਦਰ ਬੈਠਾ ਹੈ। ਅੰਦਰ ਲੱਭ। ਉਹ ਪਮਦ ਜਿਉ ਬਾਸ ਬਸਤ ਹੈ ਮੁਕਰ ਮਾਹੇ। ਜੈਸੇ ਛਾਈ ਤੈਸੇ ਹੀ ਹਰ ਬਸੇ ਨਿਰੰਤਰ। ਘਟ ਹੀ ਖੋਜੋ ਭਾਈ। ਉਹਨੂੰ ਅੰਦਰ ਤੋਂ ਲੱਭੋ। ਬਾਹਰ ਭੀਤਰ ਏਕੋ ਜਾਨੋ। ਇਹ ਗੁਰ ਗਿਆਨ ਬਤਾਈ। ਕਹੋ ਨਾਨਕ ਬਿਨ ਆਪਾ ਚੀਨੈ ਮਿਟੇ ਨਾ ਭਰਮ ਕੀ ਕਾਈ। ਇੱਕ ਭਰਮ ਹੈ, ਜਿਸ ਭਰਮ ਕਰਕੇ ਅਸੀਂ ਸੋਚਦੇ ਹਾਂ ਰੱਬ ਸਾਡੇ ਤੋਂ ਕੋਈ ਬਹੁਤ ਦੂਰ ਬੈਠਾ ਹੈ। ਇੱਕ ਭਰਮ ਹੈ। ਔਰ ਵੇਖੋ ਜਿੱਥੇ ਭਰਮ ਪੈਦਾ ਹੁੰਦਾ, ਘਰਾਂ 'ਚ ਵੀ ਬਹੁਤ ਵਾਰੀ ਐਸਾ ਹੁੰਦਾ, ਗੱਲ ਕੁਝ ਨਹੀਂ ਹੁੰਦੀ, ਇੱਕ ਭੁਲੇਖਾ ਹੀ ਹੁੰਦਾ ਹੈ। ਕਿਸੇ ਦੂਜੇ ਨੇ ਦੋ ਗੱਲਾਂ ਐਵੇਂ ਬਾਹਰੋਂ ਆਪਣੇ ਵੱਲੋਂ ਜੋੜ ਕੇ ਪਤੀ ਨੂੰ ਸੁਣਾ ਦਿੱਤੀਆਂ। ਇੱਕ ਭੁਲੇਖਾ ਮਨ 'ਚ ਖੜਾ ਹੋ ਗਿਆ। ਜਿਹੜੀ ਪਤਨੀ ਤੇ ਹਮੇਸ਼ਾ ਭਰੋਸਾ ਸੀ, ਉਹਦੇ ਤੇ ਭਰੋਸਾ ਨਹੀਂ ਕਰ ਰਿਹਾ ਹੈ। ਕਾਰਨ ਕੁਝ ਵੀ ਨਹੀਂ ਸੀ। ਕੋਈ ਪਤਨੀ ਨੂੰ, ਘਰ ਵਾਲੀ ਨੂੰ ਕਿਸੇ ਨੇ ਚੁੱਕਣਾ ਦੇ ਦਿੱਤੀ, ਦੋ ਝੂਠੀਆਂ ਹੀ ਗੱਲਾਂ ਕਰ ਦਿੱਤੀਆਂ, ਉਹਦੇ ਮਨ 'ਚ ਭਰਮ ਪੈ ਗਿਆ। ਹੁਣ ਉਹਨੂੰ ਪਤੀ ਤੇ ਵਿਸ਼ਵਾਸ ਨਹੀਂ ਹੁੰਦਾ ਪਿਆ ਹੈ, ਪਤੀ ਤੇ ਉਂਗਲਾਂ ਚੁੱਕ ਰਹੀ ਹੈ।
एक भरम करके। ते सतगुरु कहते असी वेंदे हाँ कि संसार भरम दे विच फसिया है ते भटक रहा है। भरमा भुलेखिया च फस के लोग झगड़ते ने, घर टुटते ने, बखेड़े पैंदे ने, बहुत कुछ एक दूजे दे नाल वाद काट हुंदा है, विच गल कुछ भी नहीं हुंदी, बस एक भरम जिहा पैदा हो गया। ते भगत रविदास साहब ने भरम दी जिथे परिभाषा दी उत्थे कहंदे माधवे क्या कहिए भरम ऐसा जैसा मानीए होए ना तैसा। भरम की है? जिद्दां दा किसी चीज़ नूं आपां समझ रहे हाँ ओदा उदां दा ना होना भरम है। मन च भरम के शायद मेरा पति मेरे नाल धोखा कर रहा है भरम, शायद मेरी पत्नी धोखा कर रही है एक भरम। सो महाराज सच्चे पातशाह कहंदे ये भरम भुलेखे मन चों कढ़ने हन। दुनियावी तौर ते भी एक चंगा संबंध बना के रखण दे लई विचकार भरम नहीं होना चाहिए। ते जे साडी आत्मा ते परमात्मा दा संबंध बनना है उत्थे भी विच भरम नहीं होना चाहिए। जे भरम दा पड़दा होवेगा टुटे रवांगे। ये भरम दे पड़दे किवें मुकदे ने? जिस मिलिया मन होए आनंद, सो सतगुर कहिए मन की दुविधा बिन सजाए हर परम पद लई। बाहर भीतर एको जानो ए गुर ज्ञान बताई, कहो नानक बिन आपा चीनै मिटे न भ्रम की काई। हजूर कहंदे जिन्नी देर अपने आप नूं आपां नहीं खोजदे, अपने आप नूं नहीं खोजदे हाँ, क्योंकि असी दूजियां ते उंगलां बड़ियां चुकदे हाँ, दूजियां दे गुनाहां दा प्रसार प्रचार बड़ा करदे हाँ, अपने वाले पासे नहीं वेंदे। उदां दे हज़ारां गुनाह हज़ारां ऐब साडे अपने अंदर हुंदे हन, पर अखां बाहर ते सब नूं वेख रहीआं ने, अपने आप नूं नहीं वेख रहीआं हन। अपने आप नूं फरीद साहब कहंदे तूं दूजियां नूं ना वेख, अपने आप नूं वेख। जिद्दण तूं अपने आप नूं वेख लिया उदण तेरियां नज़रां दे विच कोई दूजा गुनाहगार नहीं रहेगा। अपनड़े गृहवान मैं कहंदे जे तू सियाणा है समझदार है फरीदा, जे तू अकल लतीफ काले लिख ना लेख, अपनड़े गृहवान मैं सिर नीवा कर वेख। अपने वाले पासे वेखिए, जे वेखांगे फिर कोई भरम भुलेखा नहीं रहेगा। महाराज अखीर च कहंदे अंतर बाहर हर प्रभ एको मिल हर जन मंगल गाए, जन नानक दूजी लाभ चलाई अनहद शब्द वजाए। दूजी लाभ महाराज कहंदे जदों ये हुंदी है जीव आत्मा दा संबंध जिवें जिवें गुरु राही परमात्मा दे नाल बनदा जांदा है, तिवें तिवें अंदर अनहद नाद, दो नाद, एक आहद नाद एक अनाहद नाद। आहद नाद दा भाव हुंदा है दो चीज़ां दे टकराअ तो जिहड़ी आवाज़ पैदा हुंदी उहनूं कहंदे ने आहद नाद। जुबान साडी बोलदी है, ये आहद नाद है। ਆਪਾਂ दो चीज़ों ਨੂੰ ਖੜਕਾਉਂਦੇ ਹਾਂ, बर्तन ਦੇ ਨਾਲ बर्तन ਨੂੰ टकराया आवाज़ पैदा हुई, आहद नाद है। पर एक है साढ़े अंदर ਜਿਹੜੇ हर वक्त विचार फुरने मन च चलते हैं, वो किसी चीज़ के टकरा करके नहीं चल रहे हैं, वो अपने आप अंदर वो विचार फुरने चल रहे हैं। तो उन्हां फुरनियां च हुण बहुता तो आपां संसार बारे दुनिया बारे ही सोचते हाँ, पर जे किधरे वो फुरनियां दे विच साडे परमात्मा की याद चलनी शुरू हो जाए तो फिर समझो वो साडे फुरने भी सकारत हैं। कबीर साहब तो इत्थों तक कहंदे कबीर सुपने हूँ बरड़ाए कै, जे मुख निकसै राम ताके पग की पान ही मेरे तन को चाम। जिहड़ा सुपने च बोलदा है तो वह बोलण दे विच जे उहदी रसना तो राम नाम निकल जावे तो कबीर जी कहंदे मेरा शरीर मेरी चमड़ी हाज़र है उहदे चरनां दे जोड़ियां दे लई, जिहदे अंदर वो अनाहद नाद वाली बिरती बन गई। सो गुरु महाराज जी नूं जदों आपां जीवन का आधार बना के गुरु की हजूरी दे विच जदों प्रण करके अपने गृहस्थ जीवन की आरंभता करते हाँ, तो फिर गुरु आपे ही अंग संग सहाई होके अगलियां रहमतां बख्शिशां साडे ते वरताउंदे ने। सतगुरु मेहर करन, गृहस्थ जीवन दीआं समूह खुशियां सब दी झोली च सतगुरु सच्चे पातशाह जी पाउण। गुरु रामदास साहब जी दे अगलेरे जो बचन हैं उन्हां दी विचार आपां कल दे दीवाना च पाऊँ करांगे जी। विचारां करदियां होईयां फुल्लां नच तारनियां फतेह दी सांझ पाओ। वाहिगुरू जी का खालसा
ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ